ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਮਨਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਜੀ ਰੇਡੀਓ ਰਿਸ਼ਨ ਦੇ ਸਿਡਨੀ ਸਟੂਡੀਓ ਤੋਂ। ਦੋਸਤੋ, ਅੱਜ ਅਸੀਂ ਫਿਰ ਪ੍ਰੋਗਰਾਮ ਯਾਰੀ ਤੇ ਗਰਾਰੀ ਲੈ ਕੇ ਆਏ ਹਾਂ। ਜਿਵੇਂ ਕਿ ਇਹ ਸਾਡਾ ਕੰਸੈਪਟ ਵੈਸੇ ਬੇਸਿਕਲੀ ਕੀ ਆ ਕਿ ਕਦੀ ਸਾਡੀ ਗਰਾਰੀ ਫਸ ਜਾਂਦੀ ਆ, ਜਾਂ ਸਾਡੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਦੀ ਕਿਤੇ ਗਰਾਰੀ ਫਸੀ ਹੁੰਦੀ ਆ, ਜਿੱਦ ਜਾਂ ਕੋਈ ਇੱਦਾਂ ਦਾ ਮਾਹੌਲ ਬਣਿਆ ਹੁੰਦਾ ਜੀ ਕਿ ਜਦੋਂ ਉਸ ਜਿੱਦ ਦੇ ਰਿਜ਼ਲਟੈਂਟ ਕੁਝ ਅਭੁੱਲ ਯਾਦਾਂ, ਕੁਛ ਖੱਟੇ ਮਿੱਠੇ ਐਕਸਪੀਰੀਅੰਸ ਪੈਦਾ ਹੁੰਦੇ ਨੇ ਅਤੇ ਉਹਨਾਂ ਤੋਂ ਆਪਾਂ ਸੇਧ ਲੈਂਦੇ ਹਾਂ। ਉਹਨਾਂ ਨੂੰ ਯਾਦ ਕਰਨ ਵਾਸਤੇ ਇੱਕ ਕੰਸੈਪਟ ਲੈ ਕੇ ਆਏ ਸੀ ਜੀ, ਯਾਰੀ ਅਤੇ ਗਰਾਰੀ। ਅਤੇ ਅਸੀਂ ਉਸੇ ਕੰਸੈਪਟ ਦੇ ਨਾਲ ਅੱਜ ਪ੍ਰੋਗਰਾਮ ਫੇਰ ਲੈ ਕੇ ਆਏ ਹਾਂ ਜੀ। ਪਰ ਅੱਜ ਦਾ ਜਿਹੜਾ ਮਸਲਾ ਆ ਜਿਹਦੇ ਬਾਰੇ ਅਸੀਂ ਗੱਲ ਕਰਨੀ ਆ, ਇਹ ਬਹੁਤ ਗੰਭੀਰ ਮਸਲਾ ਆ, ਕਿਉਂਕਿ ਅੱਜ ਅਸੀਂ ਸਾਰੇ ਕਿਸਾਨੀ ਸੰਘਰਸ਼ ਦੇ ਨਾਲ ਸਾਰੇ ਜੁੜੇ ਹੋਏ ਆ। ਅਸੀਂ ਕਿਸਾਨੀ ਸੰਘਰਸ਼ ਨੂੰ ਵੇਖ ਰਹੇ ਹਾਂ। ਇਹ ਵੀ ਇੱਕ ਤਰ੍ਹਾਂ ਦੀ ਗਰਾਰੀ ਫਸੀ ਹੋਈ ਹੈ ਜੀ। ਸਰਕਾਰ ਆਪਣੀ ਗਰਾਰੀ ਫਸਾ ਕੇ ਬੈਠੀ ਆ, ਆਪਣੀ ਜਿੱਤ 'ਤੇ ਬਜ਼ਿੱਦ ਆ ਕਿ ਇਹ ਤਿੰਨੇ ਖੇਤੀ ਕਾਨੂੰਨ ਜਿਹੜੇ ਉਹਨਾਂ ਨੇ ਪਾਸ ਕੀਤੇ ਨੇ, ਆਰਡੀਨੈਂਸ ਲਿਆ ਕੇ ਉਹਨਾਂ ਨੂੰ ਲਾਗੂ ਕਰਨ ਵਾਲੇ ਪਾਸੇ ਨੂੰ, ਅਤੇ ਸਾਡੇ ਕਿਸਾਨ ਭਰਾ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬੱਚੇ ਜਿਹੜੇ ਕਿ ਅੰਦੋਲਨ 'ਤੇ ਬੈਠੇ ਨੇ ਦਿੱਲੀ ਵਿੱਚ ਜਾ ਕੇ, ਉਹ ਇਹ ਗਰਾਰੀ ਫਸਾ ਕੇ ਬੈਠੇ ਨੇ ਕਿ ਅਸੀਂ ਇਹ ਕਾਨੂੰਨ ਜਿਹੜੇ ਆ ਇਹ ਰਿਪੀਲ ਕਰਾਉਣੇ ਆ, ਇਹ ਕਾਨੂੰਨ ਸਾਰੇ ਰੱਦ ਕਰਾਉਣੇ ਆ। ਅਤੇ ਅਸੀਂ ਕਿਉਂਕਿ ਇਸ ਵੇਲੇ ਜੋ ਮਾਹੌਲ ਆ, ਮਾਹੌਲ ਮਤਲਬ ਹਾਸਿਆਂ ਖੇਡਿਆਂ ਵਾਲਾ ਨਹੀਂ ਆ, ਮਾਹੌਲ ਇਸ ਵੇਲੇ ਥੋੜ੍ਹਾ ਜਿਹਾ ਸੁਹਿਰਦਗੀ ਵਾਲਾ ਆ ਆਪਾਂ ਨੂੰ। ਸੋ ਇਸ ਕਰਕੇ ਅਸੀਂ ਅੱਜ ਬਹੁਤੇ ਕੋਈ ਹਾਸੇ ਮਜ਼ਾਕ ਵਾਲੇ ਪੱਖ ਨੂੰ ਨਹੀਂ ਲੈ ਕੇ ਚੱਲਾਂਗੇ। ਅੱਜ ਥੋੜ੍ਹਾ ਜਿਹਾ ਆਪਾਂ ਸੀਰੀਅਸ ਟੋਨ 'ਤੇ ਗੱਲ ਕਰਾਂਗੇ, ਕਿਉਂਕਿ ਸੀਰੀਅਸ ਮੂਡ ਆ, ਸਾਰਿਆਂ ਦਾ ਧਿਆਨ ਇਸੇ ਪਾਸੇ ਨੂੰ ਆ ਜੀ। ਅਤੇ ਅੱਜ ਮੇਰੇ ਨਾਲ ਫੇਰ ਹਾਜ਼ਰ ਨੇ ਮੇਰੇ ਦੋ ਵੀਰ, ਆਰਜੇ ਜੈਸੀ ਅਤੇ ਆਰਜੇ ਮਿੱਠੂ, ਅਤੇ ਅਸੀਂ ਸਾਰੇ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਨਜੀਤ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਅਤੇ ਬਿਲਕੁਲ ਮਨਜੀਤ ਭਾਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਜੀ, ਵੀ ਜਿਹੜਾ ਮਾਹੌਲ ਆ ਉਹ ਵੀ ਮਤਲਬ ਠੀਕ ਨਹੀਂ ਹੈਗਾ, ਅਤੇ ਜਿਹੜੇ ਉਹ ਉੱਥੇ ਦੀਆਂ ਖਬਰਾਂ ਸੁਣ ਕੇ ਜਿਹੜਾ ਸਾਡਾ ਮੂਡ ਆ ਉਹ ਵੀ ਨਹੀਂ ਠੀਕ ਹੈਗਾ ਕਿ ਅਸੀਂ ਕੋਈ ਹਾਸੇ ਠੱਠੇ ਵਾਲੀ ਗੱਲ ਕਰੀਏ। ਸੋ ਅੱਜ ਦਾ ਜਿਹੜਾ ਮੈਟਰ ਆ ਭਾਜੀ, ਉਹ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਉਹ ਆਪਣੀ ਗਰਾਰੀ ਉਡਾ ਕੇ ਬੈਠੇ ਆ, ਸਰਕਾਰ ਆਪਣੀ ਗਰਾਰੀ ਉਡਾ ਕੇ ਬੈਠੀ ਆ। ਸੋ ਇਹੋ ਹੀ ਆ ਭਾਜੀ, ਆਪਾਂ ਇਹ ਚਾਹੁੰਦੇ ਵੀ ਸਭ ਕੁਛ ਜਿੱਦਾਂ ਆਪਾਂ 3-4 ਵੀਕ ਦੇ ਹੋਪ ਕਰਦੇ ਹੀ ਆ ਵੀ ਸਾਰਾ ਕੁਝ ਜਲਦੀ ਠੀਕ ਹੋ ਜਾਵੇ। ਸੋ ਬਾਕੀ ਭਾਜੀ ਹੁਣ ਹਾਂਜੀ ਵੀਰ ਜੀ, ਅੱਜ 28 ਤਰੀਕ ਨੂੰ ਅਸੀਂ ਕਰ ਰਹੇ ਹਾਂ ਰਿਕਾਰਡਿੰਗ, ਅਤੇ 26 ਤਰੀਕ ਨੂੰ ਜੋ ਉੱਥੇ ਦਿੱਲੀ ਵਿੱਚ ਹੋਇਆ ਸਾਰਿਆਂ ਨੇ ਦੇਖਿਆ ਹੀ ਹੈ। ਅਤੇ ਹੁਣ ਡਿਪੈਂਡ ਕਰਦਾ ਕਿ ਤੁਸੀਂ ਇਹ ਪ੍ਰੋਗਰਾਮ ਕਿਸ ਦਿਨ ਸੁਣ ਰਹੇ ਹੋ, ਕੀ ਪਤਾ ਉਦੋਂ ਤੱਕ ਕੋਈ ਸੋਲਿਊਸ਼ਨ ਨਿਕਲ ਗਿਆ ਹੋਵੇ, ਅਤੇ ਜਿਹਦੀ ਅਸੀਂ ਉਮੀਦ ਕਰਦੇ ਹਾਂ ਅਤੇ ਅਰਦਾਸ ਵੀ ਕਰਦੇ ਹਾਂ। ਅਤੇ ਪਰ ਇਸ ਵੇਲੇ ਜੋ ਮਾਹੌਲ ਹੈ, ਅਸੀਂ ਸਾਡੇ ਦੁਆਵਾਂ ਆ, ਸਾਡੇ ਜਿਹੜੇ ਸਾਰੇ ਹੀ NRI ਭਰਾ ਹੈਗੇ ਨੇ ਅਤੇ ਸਾਰੀਆਂ ਪਰਿਵਾਰਾਂ ਦੀਆਂ ਸਾਡੀਆਂ ਜੋ ਵੈਲ ਵਿਸ਼ੇਜ਼ ਆ ਇਸ ਵੇਲੇ ਉਹਨਾਂ ਦੇ ਨਾਲ ਨੇ ਜਿਹੜੇ ਉੱਥੇ ਬੈਠੇ ਹੋਏ ਨੇ ਇਸ ਵਕਤ। ਕਿਉਂਕਿ ਅਸੀਂ ਸਾਰੇ ਹੀ ਜਿਵੇਂ ਕਿਸਾਨੀ ਪਰਿਵਾਰਾਂ ਤੋਂ ਹੀ ਆਉਂਦੇ ਆ। ਇਹ ਅਸਲ ਵਿੱਚ ਜਿਹੜਾ ਸੰਘਰਸ਼ ਆ, ਜੋ ਮੁੱਦਾ ਚੱਲ ਰਿਹਾ ਏ, ਇਹ ਇਕੱਲਾ ਕਿਸਾਨੀ ਦਾ ਨਹੀਂ ਆ, ਇਹ ਰੋਟੀ ਦਾ ਵੀ ਆ। ਕਿਉਂਕਿ ਜਿਹੜਾ ਵੀ ਬੰਦਾ ਕੋਈ ਵੀ ਬੰਦਾ ਜਿਹੜਾ ਅੰਨ ਖਾਂਦਾ ਹੈ, ਇਹ ਸੰਘਰਸ਼ ਉਹਦਾ ਵੀ ਆ। ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਕਰਾ ਕੇ ਇਹਨੂੰ ਫੇਲ ਕਰਨ ਦੇ ਵਿੱਚ ਲੱਗੀ ਹੋਈ ਆ। ਅਤੇ ਮਤਲਬ ਕਿ ਹੁਣ ਇਸ ਵੇਲੇ ਜਿਵੇਂ ਕਹਿੰਦੇ ਹੁੰਦੇ ਆ ਜੀ, ਸਾਮ ਦਾਮ ਦੰਡ ਭੇਦ, ਹੁਣ ਭੇਦ ਵਾਲੀ ਚਾਲ ਉੱਤੇ ਉਹ ਆ ਗਈ ਆ ਜੀ। ਉਹ ਫੁੱਟ ਪਾ ਕੇ ਜੀ ਸਾਡੇ ਆਗੂਆਂ ਦੇ ਵਿੱਚ, ਸਾਡੇ ਜਥੇਬੰਦੀਆਂ ਦੇ ਵਿੱਚ, ਸਾਡੇ ਜਿਹੜੇ ਮੁੱਖ ਚਿਹਰਿਆਂ ਨੂੰ ਜੀ ਇਹਨਾਂ ਸਾਰਿਆਂ ਦੇ ਵਿੱਚ ਫੁੱਟ ਪਾ ਕੇ, ਹਾਂਜੀ, ਅਤੇ ਇਸ ਨੂੰ ਨਾਕਾਮ ਕਰਨ ਦੇ ਰਾਹ ਦੇ ਉੱਤੇ ਤੁਰ ਪਈ ਹੈ ਜੀ। ਅਤੇ ਅਸਲ ਵਿੱਚ ਜੋ 26 ਤਰੀਕ ਨੂੰ ਹੋਇਆ ਜੀ, ਜਿਵੇਂ ਪਹਿਲਾਂ ਕਾਲ ਸੀਗੀ ਸੰਘਰਸ਼ ਨੂੰ ਤਿੱਖਾ ਕਰਨ ਦੀ, ਫਿਰ ਸਾਡੀਆਂ ਜਥੇਬੰਦੀਆਂ ਕੁਝ ਸ਼ਾਇਦ ਉਹਨਾਂ ਨੇ ਨਰਮ ਰੁੱਖ ਰੱਖਿਆ ਜੀ। ਪਰ ਲੋਕਾਂ ਨੇ, ਕਿਉਂਕਿ ਕਾਫੀ ਲੋਕ ਜਿਹੜੇ ਆ ਜਵਾਨੀ ਖਾਸ ਕਰਕੇ, ਹਾਂਜੀ, ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਆ, ਬਜ਼ੁਰਗ ਤਸੀਰ ਥੋੜ੍ਹੀ ਠੰਡੀ ਰੱਖ ਕੇ ਚੱਲਦੇ ਨੇ ਜੀ, ਬਿਲਕੁਲ ਭਾਜੀ। ਅਤੇ ਜਿਹੜੇ ਜਵਾਨੀ ਆ, ਗਰਮ ਹੁੰਦਾ ਜੀ, ਉਹ ਗਰਮ ਖੂਨ ਸ਼ਾਇਦ ਇਸੇ ਰੌਂ ਵਿੱਚ ਹੀ ਆਇਆ ਸੀਗਾ ਪੰਜਾਬ ਤੋਂ, ਕਿ ਅਸੀਂ ਬਸ
ਤੱਤ ਫੜੱਤ ਕੰਮ ਕਰ ਦੇਣਾ, ਹਾਂਜੀ ਹਾਂਜੀ ਹੈਨਾ। ਹਾਂਜੀ ਇਹ ਤਾਂ ਵੀਰ ਜੀ ਉਦਾਂ ਜਿੱਦਾਂ ਆਪਣੇ ਹੁੰਦਾ ਕਿ ਪ੍ਰੈਸ਼ਰ ਕੁੱਕਰ ਵਾਂਗੂ ਹੀ ਆ, ਜੇ ਪ੍ਰੈਸ਼ਰ ਬਣੀ ਜਾਂਦਾ ਫਿਰ ਇੱਕ ਵਾਰੀ ਸੀਟੀ ਵੱਜਦੀ ਹੈ ਨਾ। ਬਿਲਕੁਲ ਭਾਜੀ, ਉਹ ਨਿਕਲਣਾ ਤੇ ਹੈ ਨਾ ਕਿਸੇ ਪਾਸੇ। ਅਸਲ ਵਿੱਚ ਜੋ ਇਹ ਜਿਹੜਾ ਲਾਲ ਕਿਲੇ ਉੱਤੇ ਜੋ ਨਿਸ਼ਾਨ ਸਾਹਿਬ ਚਲਾਇਆ ਗਿਆ ਵਾ, ਜੇ ਲਹਿਰਾਇਆ ਗਿਆ ਤੇ ਕਿਸਾਨੀ ਝੰਡਾ ਲਹਿਰਾਇਆ ਗਿਆ, ਇਹ ਵੀ ਅਸਲ ਵਿੱਚ ਕਾਫੀ ਲੰਬੇ ਸਮੇਂ ਤੋਂ ਜੋ ਪ੍ਰੈਸ਼ਰ ਬਿਲਡ ਹੋ ਰਿਹਾ ਸੀ, ਜੋ ਅਸਲ ਵਿੱਚ ਲੋਕਾਂ ਦੇ ਵਿੱਚ ਹਾਂਜੀ ਪ੍ਰੈਸ਼ਰ ਬਿਲਡ ਹੋ ਰਿਹਾ ਸੀਗਾ, ਜੋ ਜਵਾਨ ਇਹ ਉਸ ਪ੍ਰੈਸ਼ਰ ਦੀ ਤਰਜਮਾਨੀ ਕਰਦਾ ਜੀ। ਉਹ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਆ। ਹਾਂਜੀ ਜਿਵੇਂ ਕਿ ਹੁਣ ਥੋੜਾ ਜਿਹਾ ਇਹ ਵੀ ਚੱਲ ਰਿਹਾ ਨਾ ਅੱਜ ਕੱਲ, ਹੁਣ ਚੱਲ ਰਿਹਾ ਕਿ ਕੁਛ ਇੱਕ ਦੋ ਵਿਅਕਤੀ ਵਿਸ਼ੇਸ਼ ਨੂੰ ਉਹਦਾ ਨਾਂ ਲੈ ਕੇ ਕਿ ਇਹਨਾਂ ਨੇ ਕੰਮ ਕਰਾਇਆ। ਅਸਲ ਵਿੱਚ ਕੰਮ ਉਹਨਾਂ ਨੇ ਨਹੀਂ ਕਰਵਾਇਆ। ਇਹ ਸਾਰੀ ਲੋਕਾਈ ਦੀ, ਸਾਰੀ ਜਵਾਨੀ ਦੀ, ਇਹ ਸਾਰੇ ਜਿੰਨੇ ਵੀ ਉੱਥੇ ਸਾਡੇ ਭੈਣ ਭਰਾ ਸਾਰੇ ਉੱਥੇ ਮੌਜੂਦ ਸੀਗੇ, ਹਾਂਜੀ ਇਹ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਕੰਮ। ਤੇ ਸਰਕਾਰ ਵੀ ਅਸਲ ਵਿੱਚ ਕੁਝ ਚਾਹੁੰਦੀ ਸੀ ਕਿ ਇਦਾਂ ਦਾ ਕਰਵਾ ਕੇ ਇਸ ਸੰਘਰਸ਼ ਨੂੰ ਡੀਰੇਲ ਕੀਤਾ ਜਾ ਸਕੇ। ਹਾਂਜੀ ਹਾਂਜੀ ਤੇ ਪਰ ਹੁਣ ਜੋ ਇਹਦੇ ਰਿਜ਼ਲਟੈਂਟ ਜੋ ਸਰਕਾਰ ਨੇ ਆਪਣੀ ਚਾਲ ਚੱਲੀ ਆ, ਤੇ ਜੋ ਸਾਡੇ ਨੌਜਵਾਨਾਂ ਨੇ ਕੀਤਾ ਆ, ਜੀ, ਤੇ ਜੋ ਹੁਣ ਸਾਡੇ ਬਜ਼ੁਰਗ ਆਗੂ ਸਾਹਿਬਾਨ ਜੋ ਜਿੱਦਾਂ ਕਹਿ ਰਹੇ ਨੇ, ਤੇ ਉਹਦੇ ਤੋਂ ਮਨ ਨੂੰ ਥੋੜੀ ਠੇਸ ਵੀ ਪਹੁੰਚਦੀ ਆ ਕਿ ਇਹ ਸਰਕਾਰ ਅਸਲ ਵਿੱਚ ਆਪਣੀਆਂ ਚਾਲਾਂ ਵਿੱਚ ਕਾਮਯਾਬ ਹੋ ਰਹੀ ਆ। ਮਨਜੀਤ ਭਾਜੀ ਉਹੀ ਗੱਲ ਆ ਨਾ ਕਿ ਜਿਹੜੇ ਆਮ ਲੋਕ ਆ ਫਸਦੇ ਤਾਂ ਭਾਜੀ ਉਹੀ ਆ ਨਾ। ਹੁਣ ਤੁਸੀਂ ਦੇਖੋ, ਹੁਣ ਮੈਂ ਸਰੋਤਿਆਂ ਨੂੰ ਦੱਸਾਂ ਕਿ 26 ਤਰੀਕ ਨੂੰ ਜਿੱਦਾਂ ਪ੍ਰੋਗਰਾਮ ਸੀਗਾ ਇੰਡੀਆ ਦੇ ਵਿੱਚ ਰੱਖਿਆ ਹੋਇਆ ਸੀ ਸਾਰੇ ਕਿਸਾਨਾਂ ਨੇ, ਸੇਮ ਉੱਦਾਂ ਹੀ ਪ੍ਰੋਗਰਾਮ ਰੱਖਿਆ ਹੋਇਆ ਸੀ ਸਿਡਨੀ ਦੇ ਵਿੱਚ। ਜੀ, ਅਸੀਂ ਉਹ ਕਵਰ ਕੀਤਾ ਸੀਗਾ ਜੀ। ਤੇ ਮੈਂ ਤੇ ਮਨਜੀਤ ਭਾਜੀ ਅਸੀਂ ਗਏ ਸੀ ਉਹਨੂੰ ਕਵਰ ਕਰਨ, ਉਹਨੂੰ ਪੂਰਾ ਸ਼ੂਟ ਕਰਕੇ ਅਸੀਂ ਜ਼ਰੂਰ ਜਿਹੜਾ ਆਪਣਾ ਰੇਡੀਓ ਚੈਨਲ ਆ ਉਹਦੇ ਤੇ ਪਾਵਾਂਗੇ ਜੀ, ਜਿਹੜਾ ਫੇਸਬੁੱਕ ਚੈਨਲ ਆ। ਤੇ ਉੱਥੇ ਮੈਂ ਦੱਸਦਾ ਜੀ ਸਾਰਿਆਂ ਨੂੰ ਵੀ ਉਸ ਦਿਨ ਬਹੁਤ ਜ਼ਿਆਦਾ ਗਰਮੀ, ਕਿ 41 ਡਿਗਰੀ ਦੇ ਆਸ-ਪਾਸ ਉਦਣ ਟੈਂਪਰੇਚਰ ਸੀਗਾ ਜੀ, ਮਤਲਬ ਹੱਦੋਂ ਵੱਧ ਗਰਮੀ ਸੀਗੀ। ਤੇ ਉਸ ਗਰਮੀ ਦੇ ਵਿੱਚ ਵੀ ਇੰਨਾ ਇਕੱਠ ਸਾਨੂੰ ਉੱਥੇ ਦੇਖਣ ਨੂੰ ਮਿਲਿਆ, ਤੇ ਇੰਨਾ ਜਜ਼ਬਾ ਆਮ ਲੋਕਾਂ ਦੇ ਵਿੱਚ ਵੀ। ਕਿਉਂਕਿ ਹੁਣ ਜਿਹੜੇ ਇੱਥੇ ਬੈਠੇ ਆ, ਜੇ ਕਿਸੇ ਨੇ ਨੈਗੇਟਿਵਿਟੀ ਨਾ ਸੋਚਣਾ ਹੋਵੇ, ਅਗਲੇ ਨੇ ਕਹਿਣਾ ਅਸੀਂ ਬਾਹਰ ਬੈਠੇ ਆ, ਸਾਨੂੰ ਕੀ ਲੋੜ ਹੈ ਕਿਸੇ ਦੇ ਮਸਲੇ ਵਿੱਚ ਦਖਲ ਦੇਣ ਦੀ। ਪਰ ਇੰਨਾ ਕੁ ਭਾਜੀ ਜਜ਼ਬਾ ਉੱਦਣ ਦੇਖਣ ਨੂੰ ਮਿਲਿਆ, ਇੰਨਾ ਇਕੱਠ ਤੇ ਇੰਨੀ ਗਰਮੀ ਦੇ ਵਿੱਚ ਕੋਈ ਗਰਮੀ ਦਾ ਕਿਸੇ ਨੂੰ ਕੋਈ ਭਾਜੀ ਫਿਕਰ ਨਹੀਂ। ਸਾਰੇ ਇਹੀ ਆਪਣੇ ਕਿਸਾਨਾਂ ਲਈ ਸਾਰੇ ਅਰਦਾਸ ਕਰਦੇ ਪਏ ਸੀ ਉੱਥੇ, ਇੱਕ ਪੋਜ਼ੀਟਿਵਲੀ, ਪੋਲਾਈਟਲੀ, ਕਿ ਬਹੁਤ ਜਲਦੀ ਸਾਰਾ ਕੁਝ ਠੀਕ ਹੋ ਜਾਵੇ। ਸਾਰੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਜੋਸ਼ ਨੂੰ, ਉਹਨਾਂ ਦੇ ਹੌਸਲੇ ਨੂੰ ਬੂਸਟ ਅਪ ਕਰ ਰਹੇ ਸੀਗੇ। ਤੇ ਅਸਲ ਵਿੱਚ ਇਹ ਜਿਹੜਾ ਪ੍ਰੋਗਰਾਮ ਇੱਥੇ ਵੀ ਸਾਡੇ ਹੋਇਆ ਸੀ, ਆਰਗੇਨਾਈਜ਼ ਹੋਇਆ ਸੀਗਾ, ਇਹ ਕੀਤਾ ਵੀ ਕਿਹਨਾਂ ਨੇ? ਇਹ ਯੂਥ ਨੇ ਕੀਤਾ। ਉਹ ਯੂਥ ਜਿਹੜਾ ਕਿ ਇੱਥੇ ਦਾ ਇੱਥੇ ਦਾ ਬਰੌਟ ਅਪ ਆ, ਮਤਲਬ ਕਿ ਪਰ ਉਹ ਆਪਣੇ ਆਪ ਨੂੰ ਉਹਨਾਂ ਨਾਲੋਂ ਵੱਖ ਕਰਕੇ ਨਹੀਂ ਵੇਖਦੇ। ਉਹ ਕਹਿ ਰਹੇ ਸੀ ਕਿ ਅਸੀਂ ਜੇ ਉਹ ਕਿਸਾਨ ਨੇ, ਸਾਡੇ ਬਜ਼ੁਰਗ ਉੱਥੇ ਜਿਹੜੇ ਬੈਠੇ ਉਹ ਕਿਸਾਨ ਆ, ਅਸੀਂ ਵੀ ਕਿਸਾਨ ਆ। ਜੇ ਅਸੀਂ ਉੱਥੋਂ ਨਾ ਇੱਥੇ ਆਏ ਹੁੰਦੇ, ਅੱਜ ਅਸੀਂ, ਕਿਉਂਕਿ ਅਸੀਂ ਕਿਸਾਨਾਂ ਦੇ ਪੋਤੇ ਆ, ਅੱਜ ਅਸੀਂ ਵੀ ਕਿਸਾਨ ਹੀ ਹੋਣਾ ਸੀ। ਅੱਜ ਉੱਥੇ ਅਸੀਂ ਨਹੀਂ ਪਹੁੰਚ ਸਕਦੇ ਜੀ, ਤੇ ਆਪਾਂ ਇੱਥੋਂ ਆਪਣੀ ਸਪੋਰਟ ਮਤਲਬ ਉਹਨਾਂ ਨੂੰ ਕਰ ਰਹੇ ਆ। ਤੇ ਕਈ ਤਾਂ ਵੀਰ ਜੀ ਉੱਥੇ ਇਹੀ ਕਹਿ ਰਹੇ ਸੀ ਵੀ ਮਤਲਬ ਜਿਹੜੇ ਸਾਡੇ ਭਾਗ ਆ ਉਹ ਮੰਦ ਭਾਗੀ ਆ, ਵੀ ਜਿਹੜੀਆਂ ਫਲਾਈਟਾਂ ਉਹ ਨਹੀਂ ਚੱਲ ਰਹੀਆਂ, ਤੇ ਜੇ ਕਿਤੇ ਸਾਨੂੰ ਇਹੋ ਜਿਹਾ ਕੋਈ ਰਾਹ ਮਿਲ ਜਾਂਦਾ ਤੇ ਅਸੀਂ ਜ਼ਰੂਰ ਉੱਥੇ ਪਹੁੰਚਣਾ ਸੀ ਜੀ। ਕਿਉਂਕਿ ਜੋ ਅਸਲ ਵਿੱਚ ਜੋ ਇਸ ਟਾਈਮ ਚੱਲ ਰਿਹਾ ਦੁਨੀਆ ਦੇ ਹਾਲਾਤ, ਜੋ ਕਰੋਨਾ ਕਾਲ ਚੱਲ ਰਿਹਾ ਜੀ, ਕਰੋਨਾ ਕਾਲ ਦੇ ਵਿੱਚ ਜਿਵੇਂ ਸਰਕਾਰ ਨੇ 3 ਆਰਡੀਨੈਂਸਸ ਲਿਆ ਕੇ ਇਹਨਾਂ 3 ਕਾਨੂੰਨਾਂ ਨੂੰ ਪਾਸ ਕੀਤਾ ਜੀ, ਇਹ ਬਹੁਤ ਮੰਦਭਾਗਾ। ਵੇਖੋ, ਨਾ ਇਸ ਸਮੇਂ ਉੱਤੇ ਉਹ ਇੱਥੋਂ ਉੱਥੇ ਜਾ ਸਕਦਾ, ਤੇ ਜਿਹੜਾ ਇੱਥੋਂ ਜਾਂਦਾ ਵਾ ਉਹ ਜਾ ਕੇ ਫਿਰ ਉੱਥੇ ਫਸ ਜਾਏਗਾ ਜੀ। ਤੇ ਸਰਕਾਰ ਅਸਲ ਵਿੱਚ ਆਪਣੀ ਹੁਣ ਦਮਨਕਾਰੀ ਨੀਤੀ ਤੇ ਵੀ ਉਤਰੀ ਹੈ ਜੀ। ਉਹ ਹੁਣ ਚਾਹੁੰਦੀ ਆ, ਕਿਉਂਕਿ ਜੋ ਇਹਨਾਂ ਨੇ ਕਰਵਾਇਆ, ਸਰਕਾਰ ਨੇ ਅਸਲ 'ਚ ਕਰਵਾਇਆ ਜੀ ਜੋ ਵੀ, ਕਿਉਂਕਿ ਰਾਊਟ ਕੋਈ ਦਿੱਤਾ, ਰਾਹ ਕਿਸੇ ਪਾਸੇ ਦੇ ਖੋਲੇ, ਲੋਕਾਂ ਨੂੰ ਇਹ ਖੁਦ ਲੈ ਕੇ ਗਏ ਨੇ ਜੀ, ਵਰਗਲਾ ਕੇ ਲਾਲ ਕਿਲੇ ਤੱਕ। ਤੇ ਹੁਣ ਇਹ ਮੌਕਾ ਭਾਲਦੀ ਪਈ ਹੈ ਸਰਕਾਰ ਕਿ ਉਹਨਾਂ ਲੋਕਾਂ ਨੂੰ ਵੀਡੀਓਗ੍ਰਾਫੀ ਵੇਖ ਕੇ ਨਾਮਜ਼ਦ ਕੀਤਾ ਜਾ ਸਕੇ। ਬਿਲਕੁਲ ਹਾਂਜੀ, ਕਿਉਂਕਿ ਇਹਨਾਂ ਨੇ 22 ਪਰਚੇ ਵੀ ਸੁਣਿਆ ਜੀ ਨਿਊਜ਼ ਤੇ, ਕਿ 22 ਪਰਚੇ ਇਹਨਾਂ ਨੇ ਪਾਏ ਹੋਏ ਨੇ, ਤੇ ਵੀਡੀਓਗ੍ਰਾਫੀ ਚੈੱਕ ਹੋ ਰਹੀ ਆ। ਕਈ ਵੀਡੀਓਜ਼ ਅਮਰਜ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਖੁਦ ਵੇਖੋਗੇ ਕਿ ਪੁਲਿਸ ਦੀਆਂ ਵਰਦੀਆਂ ਜਾਂ ਬੁਲਟ ਪ੍ਰੂਫ ਜੈਕਟਸ ਪਾ ਕੇ, ਹੈਲਮਟ ਪਾ ਕੇ ਉਹ ਖੁਦ ਸ਼ੀਸ਼ੇ ਭੰਨ ਰਹੇ ਆ ਗੱਡੀਆਂ ਦੇ।
ਅੱਛਾ ਜੀ। ਪੁਲਿਸ ਭੰਨ ਰਹੀ ਆ ਹਾਂਜੀ ਹਾਂਜੀ ਤੇ ਵੀਰ ਜੀ। ਬਦਨਾਮੀ ਇਹ ਸਾਡੇ ਭਰਾਵਾਂ ਦੇ ਸਿਰੇ ਪੈਣੀ ਆ। ਹਾਂਜੀ, ਕਾਫੀ ਵੀਡੀਓਜ਼ ਮਨਜੀਤ ਭਾਈ ਤੁਸੀਂ ਦੇਖਿਆ ਹੋਗੀਆਂ ਜਿਹਦੇ ਵਿੱਚ ਉਹ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਉਹਨਾਂ ਨੂੰ ਡੰਡੇ ਉਹਨੂੰ ਵੀ ਮਾਰ ਡੰਡੇ ਮਾਰ ਕੇ ਮਾਰ ਭਾਂਦੇ ਰਹੇ ਪਏ ਆ ਸੀਗੇ ਜੀ, ਕਿ ਹਾਂਜੀ, ਕੁਝ ਹਾਂ। ਕਵਰ ਨਾ ਹੋ ਸਕੇ। ਕੁਛ ਕਵਰ, ਹਾਂ, ਕਿਉਂਕਿ ਸਰਕਾਰ ਜਾਂ ਜੋ ਮਸ਼ੀਨਰੀ ਜੋ ਤੰਤਰ ਆ ਉਹ ਸਾਰਾ ਹੀ ਆਪਣਾ ਜ਼ੋਰ ਲਗਾ ਰਿਹਾ ਕਿ ਇਸ ਚੀਜ਼ ਉੱਤੇ ਪਰਦਾ ਪਾਇਆ ਜਾ ਸਕੇ, ਇਹਨੂੰ ਖਤਮ ਕੀਤਾ ਜਾ ਸਕੇ, ਇਸ ਸੰਘਰਸ਼ ਨੂੰ ਡੀਰੇਲ ਕੀਤਾ ਜਾ ਸਕੇ ਕਿ ਲੋਕਾਂ ਵਿੱਚ ਨਿਰਾਸ਼ਤਾ ਪਾਈ ਜਾ ਸਕੇ, ਕਿਉਂਕਿ ਐਡਾ ਵੱਡਾ ਮਾਸ ਮੂਵਮੈਂਟ ਦੁਨੀਆ ਦੀ ਹਿਸਟਰੀ ਵਿੱਚ, ਇਹ ਦੁਨੀਆ ਦੀ ਹਿਸਟਰੀ ਦਾ ਇੱਕ ਬਹੁਤ ਵੱਡੇ ਮਾਸ ਮੂਵਮੈਂਟਸ ਵਿੱਚੋਂ ਇੱਕ ਸੀਗਾ ਜੀ, ਜਿਹਦੇ ਵਿੱਚ ਇੰਨੇ ਸਾਰੇ ਲੋਕ ਇਕੱਠੇ ਹੋ ਕੇ ਦਿੱਲੀ ਦੀਆਂ ਸੜਕਾਂ ਉੱਤੇ ਤੁਰੇ ਨੇ। ਇਹ ਮਤਲਬ ਮਾਡਰਨ ਡੈਮੋਕ੍ਰੇਸੀ ਦੀ ਹਿਸਟਰੀ ਵਿੱਚ ਇਹ ਸਭ ਤੋਂ ਵੱਡਾ ਹੋ ਨਿਬੜਿਆ ਜੀ। ਬਿਲਕੁਲ ਵੀਰ ਜੀ। ਵੀਰ ਜੀ ਆਪਾਂ ਆਪਣੀ ਗੱਲਬਾਤ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ਜੀ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਜੀ ਵੀਰ ਜੀ, ਆਪਾਂ ਸਾਰੇ ਹੁਣ ਇਹੀ ਉਮੀਦ ਕਰਦੇ ਹਾਂ ਜੀ ਵੀ ਜਿਹੜਾ ਅਗਲਾ ਹਫਤਾ ਆਵੇ ਉਹਦੇ 'ਚ ਕਾਫੀ ਕੁਝ ਠੀਕ ਹੋ ਜਾਵੇ। ਤੇ ਇਸ ਵੀਕ ਤੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਕਿ ਨਾ ਕੋਈ ਸਾਡਾ ਮੂਡ ਸੀਗਾ ਜੀ, ਨਾ ਸੁਣਨ ਵਾਲਿਆਂ ਦਾ ਮੂਡ ਸੀਗਾ ਕਿ ਅਸੀਂ ਕੋਈ ਹਾਸੇ ਬਾਰੇ, ਕੋਈ ਮਜ਼ਾਕ ਜਾਂ ਗੱਲ ਕਰਦੇ। ਸੋ ਇਸ ਵਾਰੀ ਇਸੇ ਕਰਕੇ ਕਿਸਾਨੀ ਮੁੱਦੇ ਕਰਕੇ ਅਸੀਂ ਥੋੜਾ ਸੀਰੀਅਸ ਪ੍ਰੋਗਰਾਮ ਰੱਖਿਆ। ਸੋ ਇਹੋ ਜਿਹੇ ਵਿਚਾਰ ਵੀ ਜ਼ਰੂਰ ਹੋਣੇ ਚਾਹੀਦੇ ਆ ਜੀ। ਸੋ ਮਨਜੀਤ ਭਾਜੀ, ਫਿਰ ਆਪਾਂ ਅੱਜ ਦੇ ਪ੍ਰੋਗਰਾਮ ਲਈ ਲਈਏ ਜੀ ਇਜਾਜ਼ਤ। ਹਾਂਜੀ, ਅਗਲੇ ਹਫਤੇ ਅਸੀਂ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਮਾਹੌਲ ਠੀਕ ਹੋ ਜਾਵੇ। ਫਿਰ ਅਸੀਂ ਥੋੜ੍ਹਾ ਬਹੁਤਾ ਆਪਾਂ ਜੋ ਆਪਣੇ ਹਾਸੇ ਮਜ਼ਾਕ ਥੋੜ੍ਹੇ ਲਾਈਟ ਜਿਹੜੇ ਆਪਾਂ ਮੂਡ ਵਿੱਚ ਹੁੰਦੇ ਆ ਉਹ ਅਸੀਂ ਜਾਰੀ ਰੱਖਾਂਗੇ ਜੀ। ਇਸ ਹਫਤੇ ਵਾਸਤੇ ਇਹ ਅਸੀਂ ਇਸ ਯਾਰੀ ਤੇ ਗਰਾਰੀ ਨੂੰ ਇੱਕ ਸੀਰੀਅਸ ਤੌਰ 'ਤੇ ਛੱਡ ਰਹੇ ਹਾਂ ਜੀ। ਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਮਸਲਾ ਛੇਤੀ ਹੱਲ ਹੋਵੇ। ਸਾਡੇ ਜੋ ਭਰਾਵਾਂ ਵਿੱਚ ਵੀ ਪਾਟੋ ਧਾੜ ਪਾਉਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਆ, ਸਾਡੇ ਭਰਾ ਫਿਰ ਇਕੱਠੇ ਹੋਣ ਤੇ ਇਸ ਅੰਦੋਲਨ ਨੂੰ ਫੇਰ ਬੁਲੰਦੀ ਵੱਲ ਲੈ ਕੇ ਜਾਣ ਤੇ ਇਹਨੂੰ ਸਫਲਾ ਬਣਾਉਣ। ਆਪਣਾ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਤੇ ਉਸ ਤੋਂ ਬਾਅਦ ਵਿੱਚ ਅਗਲੀ ਲੜਾਈ, ਕਿਉਂਕਿ ਅਸਲ ਵਿੱਚ ਇਹ ਤਿੰਨ ਜਿਹੜੇ ਕਾਲੇ ਕਾਨੂੰਨ ਰੱਦ ਕਰਾਉਣੇ, ਇਹ ਲੜਾਈ ਦੀ ਜਿੱਤ ਨਹੀਂ ਆ, ਇਹ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਨਹੀਂ ਆ। ਇਹ ਤਿੰਨ ਕਾਲੇ ਕਾਨੂੰਨ ਉਸ ਸੰਘਰਸ਼ ਦੀ ਸ਼ੁਰੂਆਤ ਹੋਣੀ ਹੈ। ਜਦੋਂ ਇਹ ਤਿੰਨ ਕਾਨੂੰਨ ਰੱਦ ਹੋਣਗੇ ਉਸ ਤੋਂ ਬਾਅਦ ਵਿੱਚ ਅਗਲਾ ਸੰਘਰਸ਼ ਜੋ ਵਿੱਢਣਾ ਵਾ, ਇਹ ਉਹਦੀ ਸਟਾਰਟਿੰਗ ਆ ਜੀ। ਸੋ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਇਸ ਸਟਾਰਟ ਨੂੰ, ਇਸ ਸੰਘਰਸ਼ ਦੀ ਆਰੰਭਤਾ ਨੂੰ ਸਟਾਰਟ ਕਰ ਸਕੀਏ ਤੇ ਪਰਮਾਤਮਾ ਸਹਾਈ ਹੋਵੇ ਜੀ। ਸੋ ਸਰੋਤਿਓ, ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹਿਣ ਵਾਸਤੇ। ਤੇ ਅਸੀਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਅਗਲੇ ਹਫਤੇ, ਤੇ ਆਸ ਕਰਦੇ ਹਾਂ ਕਿ ਅਸੀਂ ਅਗਲੇ ਹਫਤੇ ਕਿਸੇ ਲਾਈਟ ਮੋਡ ਨਾਲ ਆਵਾਂਗੇ ਜੀ ਤੇ ਹਾਸੇ ਮਜ਼ਾਕ ਫਿਰ ਜਾਰੀ ਰਹਿਣਗੇ ਜੀ ਤੇ ਖੁਸ਼ੀਆਂ ਖੇੜੇ ਅਸੀਂ ਵੰਡਦੇ ਰਹਾਂਗੇ ਜੀ। ਧੰਨਵਾਦ ਜੀ ਸਾਰਿਆਂ ਦਾ, ਬਹੁਤ ਮਿਹਰਬਾਨੀ ਵੀਰ, ਧੰਨਵਾਦ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।